मुर्शिद सोना 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 मेरा। रूमी ने अपने शब्दां 'ਚ ਇੱਕ ਜਗ੍ਹਾ ਕਿਹਾ ਹੈ ਕਿ ਆਪਣੇ ਕਰਮਾਂ ਨੂੰ ਔਰ ਆਪਣੇ ਸ਼ਬਦਾਂ ਨੂੰ ਉੱਚਾ ਕਰ, ਆਪਣੀ ਆਵਾਜ਼ ਨੂੰ ਨਹੀਂ। ਕਿਉਂਕਿ ਬਾਦਲਾਂ 'ਚੋਂ ਪਾਣੀ ਜਦੋਂ ਵਰਸਦਾ ਹੈ ਤਾਂ ਉਹ ਪੇੜ ਪੌਦਿਆਂ ਨੂੰ बढ़ाते है, ਉਹਦੀ ਗਰਜਣਾ नहीं। जरा समझना सारे जीवां ने कि ਜਦੋਂ बरसात ਹੁੰਦੀ है ना, जे ਬੱਦਲ ਗਰਜੀ ਜਾਣ, ਬਿਜਲੀ ਕੜਕੜਾਈ ਜਾਵੇ ਤਾਂ ਉਹ ਕੜਕੜਾਹਟ ਦੇ ਨਾਲ ਪੇੜਾਂ ਪੌਦਿਆਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਫਾਇਦਾ ਕਦੋਂ ਹੁੰਦਾ ਹੈ? ਜਦੋਂ ਬਾਦਲਾਂ 'ਚੋਂ ਪਾਣੀ ਵਰਸਦਾ ਹੈ, ਬਾਰਿਸ਼ ਹੁੰਦੀ ਹੈ। ਕਿਉਂਕਿ ਬਾਦਲਾਂ 'ਚੋਂ ਬਰਸਣ ਵਾਲਾ ਪਾਣੀ ਧਰਤੀ ਨੂੰ ਫਾਇਦਾ ਦਿੰਦਾ ਹੈ, ਪੇੜ ਪੌਦਿਆਂ ਨੂੰ ਫਾਇਦਾ ਦਿੰਦਾ ਹੈ, ਉਹਦੀ ਗਰਜਣਾ ਨਹੀਂ। ਇਸੇ ਤਰ੍ਹਾਂ ਮੌਲਾਨਾ ਰੂਮ ਵੀ ਆਪਣੇ ਵਚਨਾਂ 'ਚ ਇਹੀ ਗੱਲ ਕਹਿੰਦੇ ਹੈ ਕਿ ਆਪਣੇ ਕਰਮਾਂ ਨੂੰ, ਆਪਣੀ ਕਰਨੀ ਨੂੰ, ਆਪਣੇ ਸ਼ਬਦਾਂ ਨੂੰ ਉੱਚਾ ਕਰ, ਆਪਣੀ ਆਵਾਜ਼ ਨੂੰ ਨਹੀਂ। ਕਿਉਂਕਿ ਬੰਦਾ ਆਵਾਜ਼ ਤਾਂ ਉੱਚੀ ਕਰ ਲੈਂਦਾ ਕਈ ਵਾਰ, ਬੜੀ ਉੱਚੀ ਬੋਲਦਾ ਹੈ। ਕਦੀ ਦੇਖਿਆ ਨਾ, ਗੁੱਸੇ 'ਚ ਆ ਕੇ, ਕ੍ਰੋਧ 'ਚ ਆ ਕੇ ਆਪਣੀ ਗੱਲ ਮਨਾਉਣ ਵਾਸਤੇ ਬੰਦਾ ਕਿੰਨੀ ਉੱਚੀ ਬੋਲਦਾ ਹੈ। ਉਹ ਕਹਿੰਦੇ ਆਵਾਜ਼ ਨੂੰ ਉੱਚੀ ਕਰਨ ਨਾਲ ਕੋਈ ਗੱਲ ਨਹੀਂ ਬਣਨੀ, ਤੇਰੇ ਸ਼ਬਦ ਉੱਚੇ ਹੋਣੇ ਚਾਹੀਦੇ ਆ। ਸ਼ਬਦ ਉੱਚੇ ਦਾ ਮਤਲਬ ਪਤਾ ਨਾ? ਕਿਉਂਕਿ ਤੁਹਾਡੇ ਸ਼ਬਦ ਨੀਵੇਂ ਵੀ ਹੋ ਸਕਦੇ ਹੈ, ਤੁਹਾਡੇ ਸ਼ਬਦ ਉੱਚੇ ਵੀ ਹੋ ਸਕਦੇ ਹੈ। ਜਦੋਂ ਤੁਸੀਂ ਕਿਸੇ ਦੀ ਨਿੰਦਿਆ ਕਰਦੇ ਹੋ, ਕਿਸੇ ਨੂੰ ਬੁਰਾ ਬੋਲਦੇ ਹੋ, ਤਾਂ ਨੀਵੇਂ ਸ਼ਬਦ, ਇਹੀ ਕਹਿੰਦੇ ਨਾ, ਨੀਚ ਬਾਣੀ ਨਾ ਬੋਲ, ਗਲਤ ਸ਼ਬਦ ਨਾ ਬੋਲ। ਹੁਣ ਅਸੀਂ ਕਿਸੇ ਦੀ ਆਵਾਜ਼ ਦੇਖ ਕੇ, ਜਰਾ ਗੌਰ, ਆਵਾਜ਼ ਦਾ ਮਤਲਬ ਉਹਦੀ ਬਾਣੀ ਦੇਖ ਕੇ, ਉਹਦੇ ਵਚਨ ਦੇਖ ਕੇ ਇਹ ਕਹਿ ਦਿੰਦੇ ਆ ਕਿ ਇਹਦੇ ਵਚਨ ਬੜੇ ਬੁਰੇ ਹੈ, ਨੀਚ ਬੰਦਾ ਆ, ਔਰ ਇਹਦੇ ਵਚਨ ਬੜੇ ਉੱਚੇ ਹੈ, ਇਹ ਬੜਾ ਉੱਚਾ ਬੰਦਾ ਹੈ, ਉੱਚੀ ਸੋਚ ਦਾ ਮਾਲਿਕ ਹੈ। ਕਿਉਂਕਿ ਸ਼ਬਦਾਂ ਤੋਂ ਹੀ ਉਹਦੀ ਸੋਚ ਦਾ ਪਤਾ ਲੱਗ ਜਾਂਦਾ ਹੈ। ਇੱਥੇ ਵੀ ਮੌਲਾਨਾ ਰੂਮ ਸਾਡੇ ਅੰਦਰਲੀ ਅਵਸਥਾ ਦੱਸ ਰਹੇ ਹੈ। ਉਹ ਕਹਿੰਦੇ ਆਪਣੀ ਕਰਨੀ ਨੂੰ ਔਰ ਆਪਣੇ ਸ਼ਬਦਾਂ ਨੂੰ ਉੱਚਾ ਕਰ, ਆਪਣੀ ਆਵਾਜ਼ ਨੂੰ ਨਹੀਂ। ਹੁਣ ਇੱਥੇ ਵੀ ਇਸ ਗੱਲ ਨੂੰ ਕਲੀਅਰ ਕਰਨ ਵਾਸਤੇ ਇੱਕ ਛੋਟੀ ਜਿਹੀ ਕਹਾਣੀ ਸਾਨੂੰ ਯਾਦ ਆ ਗਈ, ਉਹ ਕਹਾਣੀ ਦੱਸਣਾ ਚਾਹਾਂਗੇ। ਇਹ ਕਹਾਣੀ ਬਣਾਈ ਹੋਈ ਹੈ ਸਿਰਫ ਸਾਨੂੰ ਗਿਆਨ ਦੇਣ ਵਾਸਤੇ ਕਿ ਇੱਕ ਨਗਰ ਦੇ ਵਿੱਚ ਇੱਕ ਰਾਜਾ ਸੀ। ਉਸ ਰਾਜੇ ਨੇ ਇੱਕ ਦਿਨ ਸੋਚਿਆ ਕਿ ਉਸ ਭਗਵਾਨ ਨੇ, ਪ੍ਰਮਾਤਮਾ ਨੇ ਮੈਨੂੰ ਸਭ ਕੁਝ ਦਿੱਤਾ ਹੈ, ਤਾਂ ਮੇਰੇ ਨਗਰ 'ਚ ਇੱਕ ਭਗਵਾਨ ਦਾ ਆਲੀਸ਼ਾਨ ਮੰਦਿਰ ਹੋਣਾ ਚਾਹੀਦਾ ਹੈ, ਆਲੀਸ਼ਾਨ ਮੰਦਿਰ। ਪਰ ਮੇਰੇ ਨਗਰ ਦੇ ਵਿੱਚ ਇੰਨੀ ਖੁੱਲੀ ਜਗ੍ਹਾ ਨਹੀਂ ਹੈ, ਕਿਉਂਕਿ ਜਗ੍ਹਾ ਜਗ੍ਹਾ ਲੋਕਾਂ ਦੇ ਘਰ ਹੈ, ਇੱਧਰ ਮੇਰਾ ਮਹਿਲ ਹੈ। ਇਸ ਲਈ ਮੰਦਿਰ ਚਾਹੀਦਾ ਖੁੱਲੀ ਜਗ੍ਹਾ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚਣ, ਔਰ ਆਲੀਸ਼ਾਨ ਮੰਦਿਰ ਬਣਾਵਾਂ। ਤਾਂ ਜਦੋਂ ਉਸਨੇ ਆਪਣੇ ਸਲਾਹਕਾਰਾਂ ਨਾਲ ਸਲਾਹ ਕੀਤੀ ਕਿ ਕੋਈ ਅੱਛੀ ਜ਼ਮੀਨ ਲੱਭੋ ਜਿੱਥੇ ਮੈਂ ਭਗਵਾਨ ਦਾ ਮੰਦਿਰ ਬਣਾਵਾਂ। ਹੁਣ ਸਲਾਹਕਾਰਾਂ ਨੇ, ਰਾਜੇ ਨੇ ਦੱਸ ਦਿੱਤਾ ਉਹਨਾਂ ਨੂੰ, ਇਦਾਂ ਇਦਾਂ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਹੈ, ਆਲੀਸ਼ਾਨ ਸੁੰਦਰ ਮੰਦਿਰ ਬਣਾਉਣਾ ਹੈ, ਉਹਦੇ ਵਾਸਤੇ ਜਗ੍ਹਾ ਲੱਭੋ। ਤਾਂ ਰਾਜੇ ਦੇ ਦੱਸੇ ਅਨੁਸਾਰ ਜਦੋਂ ਸਲਾਹਕਾਰਾਂ ਨੇ ਜਗ੍ਹਾ ਤਲਾਸ਼ ਕੀਤੀ ਔਰ ਵਾਪਸ ਫਿਰ ਰਾਜੇ ਕੋਲ ਆਏ, ਤਾਂ ਕਹਿਣ ਲੱਗੇ, ਮਹਾਰਾਜ ਜਗ੍ਹਾ ਤਾਂ ਮਿਲੀ ਹੈ, ਪਰ ਉਹ ਨਦੀ ਤੋਂ ਪਾਰ ਮਿਲਦੀ ਹੈ। ਕਿਉਂਕਿ ਉੱਥੇ ਨਦੀ ਤੋਂ ਪਾਰ ਅਗਰ ਮੰਦਿਰ ਬਣਾਇਆ ਜਾਵੇ ਤਾਂ ਮੰਦਿਰ ਬੜਾ ਖੁੱਲਾ ਬਣੇਗਾ, ਬੜਾ ਸੁੰਦਰ ਬਣੇਗਾ। ਕਿਉਂਕਿ ਜੈਸਾ ਮੰਦਿਰ ਤੁਸੀਂ ਚਾਹੁੰਦੇ ਹੋ ਆਪਣੇ ਨਗਰ 'ਚ ਉਨੀ ਜਗ੍ਹਾ ਨਹੀਂ ਹੈ। ਕਿਉਂਕਿ ਜੇ ਇੱਥੇ ਬਣਾਉਂਦੇ ਆ ਤਾਂ ਸਾਨੂੰ ਕਈ ਲੋਕਾਂ ਦੇ ਘਰ ਤੋੜਨੇ ਪੈਣਗੇ। ਤਾਂ ਰਾਜੇ ਨੇ ਕਿਹਾ, ਨਹੀਂ, ਭਗਵਾਨ ਦਾ ਘਰ ਬਣਾਉਣ ਵਾਸਤੇ ਕਿਸੇ ਦਾ ਘਰ ਢਾਣਾ ਨਹੀਂ ਹੈ। ਕਿਉਂਕਿ ਰਾਜਾ ਬੜਾ ਆਪਣੀ ਪ੍ਰਜਾ ਨਾਲ ਪ੍ਰੇਮ ਕਰਨ ਵਾਲਾ ਸੀ ਕਿ ਜੇ ਮੈਂ ਕਿਸੇ ਦਾ ਘਰ ਗਿਰਾ ਕੇ ਭਗਵਾਨ ਦਾ ਘਰ ਬਣਾਉਂਗਾ ਤਾਂ ਭਗਵਾਨ ਕਦੀ ਮੇਰੇ ਨਾਲ ਖੁਸ਼ ਨਹੀਂ ਹੋਏਗਾ। ਕਿਉਂਕਿ ਸਭ ਦੇ ਅੰਦਰ ਉਹੀ ਤਾਂ ਰਹਿੰਦਾ ਹੈ। ਮੈਂ ਤਾਂ ਬਸ ਚਾਹੁੰਦਾ ਹਾਂ ਕਿ ਇੱਕ ਐਸੀ ਜਗ੍ਹਾ ਹੋਵੇ ਜਿੱਥੇ ਸਾਰੇ ਪਹੁੰਚ ਕੇ ਉਹਨੂੰ ਯਾਦ ਕਰ ਸਕਣ, ਥੋੜਾ ਸਮਾਂ ਕੱਢ ਕੇ ਉਹਦੀ ਯਾਦ ਵਿੱਚ ਬੈਠ ਸਕਣ। ਹੁਣ ਜਿੱਦਾਂ ਦੱਸਿਆ, ਸਲਾਹਕਾਰਾਂ ਨਦੀ ਤੋਂ ਪਾਰ ਜਗ੍ਹਾ ਸਿਲੈਕਟ ਕਰ ਲਈ ਔਰ ਰਾਜੇ ਨੇ ਮੰਦਿਰ ਦਾ ਨਿਰਮਾਣ ਸ਼ੁਰੂ ਕਰ ਦਿੱਤਾ। 7 ਮੰਜ਼ਿਲਾ ਮੰਦਿਰ, 7 ਮੰਜ਼ਿਲਾ ਮੰਦਿਰ ਦੀ ਉਸਾਰੀ ਸ਼ੁਰੂ ਹੋ ਗਈ। ਔਰ ਦੇਖਦਿਆਂ ਦੇਖਦਿਆਂ ਕੁਝ ਸਮੇਂ 'ਚ ਹਜ਼ਾਰਾਂ ਲੋਕ ਲੱਗੇ, ਨੌਕਰ ਚਾਕਰ ਲੱਗੇ, ਔਰ ਦੇਖਦਿਆਂ ਦੇਖਦਿਆਂ ਕੁਝ ਸਮੇਂ 'ਚ ਮੰਦਿਰ ਤਿਆਰ ਹੋ ਗਿਆ। ਹੁਣ ਜਦੋਂ ਮੰਦਿਰ ਤਿਆਰ ਹੋ ਗਿਆ ਤਾਂ ਹੁਣ ਰਾਜਾ ਸੋਚਣ ਲੱਗਾ ਕਿ ਮੰਦਿਰ ਵਿੱਚ ਪੁਜਾਰੀ ਦਾ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਬਿਨਾਂ ਪੁਜਾਰੀ ਤੋਂ ਮੰਦਿਰ ਨਹੀਂ ਹੁੰਦਾ। ਪਰ ਹੁਣ ਪੁਜਾਰੀ ਵੀ ਮੈਂ ਕਿਸੇ ਯੋਗਿਆ ਇਨਸਾਨ ਨੂੰ ਰੱਖਣਾ ਜਿਹੜਾ ਵਾਕਈ ਪੁਜਾਰੀ ਬਣਨ ਦੇ ਯੋਗਿਆ ਹੋਵੇ। ਇਸ ਲਈ ਰਾਜੇ ਨੇ ਆਪਣੇ ਗੁਰੂ ਨਾਲ ਬੇਨਤੀ ਕੀਤੀ, ਕਿਉਂਕਿ ਹਰ ਰਾਜੇ ਦਾ ਕੋਈ ਨਾ ਕੋਈ ਗੁਰੂ ਹੁੰਦਾ, ਰਾਜਗੁਰੂ ਹੁੰਦਾ ਹੈ। ਰਾਜਗੁਰੂ ਨਾਲ ਬੇਨਤੀ ਕੀਤੀ ਕਿ हे ਸਤਿਗੁਰੂ, ਮੰਦਿਰ ਤਾਂ ਤਿਆਰ ਹੋ ਗਿਆ, ਕੋਈ ਯੋਗਿਆ ਇਨਸਾਨ ਚਾਹੀਦਾ ਹੈ। ਤਾਂ ਉਸ ਵੇਲੇ ਗੁਰੂ ਨੇ ਰਾਜੇ ਨੂੰ ਕਿਹਾ, ਫਿਰ ਰਾਜਾ ਐਲਾਨ ਕਰ ਦੇ
ਕਿ 30 ਦਿਨਾਂ ਬਾਅਦ ਮੰਦਿਰ ਤਿਆਰ ਹੋ ਚੁੱਕਾ ਹੈ, 30 ਦਿਨਾਂ ਬਾਅਦ ਇਸ ਮੰਦਿਰ ਦਾ ਪੁਜਾਰੀ ਨਿਯੁਕਤ ਕੀਤਾ ਜਾਏਗਾ। ਪਰ 30 ਦਿਨਾਂ ਤੱਕ ਸਭ ਦੇ ਵਾਸਤੇ ਦਰਵਾਜ਼ੇ ਖੁੱਲੇ ਹੈ, ਸਭ ਨੇ ਰੋਜ਼ ਮੰਦਿਰ 'ਚ ਹਾਜ਼ਰੀ ਲਗਾਣੀ ਹੈ, ਸਭ ਨੇ ਰੋਜ਼ ਮੰਦਿਰ 'ਚ ਹਾਜ਼ਰੀ ਲਗਾਣੀ ਹੈ। ਤਾਂ ਰਾਜੇ ਨੇ ਕਿਹਾ ਮਹਾਰਾਜ ਇਹਦੇ ਨਾਲ ਕੀ ਹੋਏਗਾ? ਬਸ ਕਹਿੰਦੇ ਜਦੋਂ ਲੋਕ ਹਾਜ਼ਰੀ ਲਗਾਉਣ ਆਣਗੇ ਅਸੀਂ ਉੱਪਰ ਬੈਠੇ ਆਪੇ ਦੇਖ ਲਵਾਂਗੇ ਕਿਹੜਾ ਯੋਗਿਆ ਹੈ, ਕਿਉਂਕਿ ਯੋਗਿਆਤਾ ਦਾ ਪਤਾ ਪਰਖ ਕੇ ਲੱਗਦਾ ਹੈ, ਬਿਨਾਂ ਪਰਖ ਤੋਂ ਯੋਗਿਆ ਵਿਅਕਤੀ ਦੇਖਿਆ ਨਹੀਂ ਜਾਂਦਾ। ਔਰ 1 ਮਹੀਨਾ 30 ਦਿਨ ਬਹੁਤ ਹੈ, ਇਹ 30 ਦਿਨਾਂ 'ਚ ਦੇਖ ਲਵਾਂਗੇ ਯੋਗਿਆ ਹੋਏਗਾ, ਉਹਨੂੰ ਮੰਦਿਰ ਦਾ ਪੁਜਾਰੀ ਬਣਾ ਦੇਵਾਂਗੇ। ਹੁਣ ਜ਼ਰਾ ਸਮਝਣਾ ਸਾਰਿਆਂ ਨੇ ਕਿ ਰਾਜੇ ਨੇ ਸਤ ਵਚਨ ਕਿਹਾ, ਐਲਾਨ ਕਰ ਦਿੱਤਾ, ਢਿੰਡੋਰਾ ਸਾਰੇ ਪਾਸੇ ਗੂੰਜ ਗਿਆ, ਐਲਾਨ ਹੋ ਗਿਆ ਪੂਰੇ ਨਗਰ ਦੇ ਵਿੱਚ ਕਿ ਮੰਦਿਰ ਤਿਆਰ ਹੈ, 30 ਦਿਨਾਂ ਵਾਸਤੇ ਇਹ ਮੰਦਿਰ ਸਭ ਦੇ ਵਾਸਤੇ ਖੁੱਲਾ ਹੈ, ਸਭਨਾਂ ਨੇ ਮੰਦਿਰ ਤੇ ਦਰਸ਼ਨ ਕਰਨ ਵਾਸਤੇ ਰੋਜ਼ ਪਹੁੰਚਣਾ ਹੈ। ਔਰ 30 ਦਿਨਾਂ ਬਾਅਦ ਜੋ ਯੋਗਿਆ ਇਨਸਾਨ ਹੋਏਗਾ, ਲਾਇਕ ਇਨਸਾਨ ਹੋਏਗਾ, ਉਹਨੂੰ ਮੰਦਿਰ ਦਾ ਪੁਜਾਰੀ ਨਿਯੁਕਤ ਕੀਤਾ ਜਾਏਗਾ। ਹੁਣ ਜਦੋਂ ਮੰਦਿਰ ਦਾ ਪੁਜਾਰੀ ਨਿਯੁਕਤ ਹੋਣ ਦੀ ਘੋਸ਼ਣਾ ਹੋਈ ਤਾਂ ਜਿਹੜੇ ਬੜੇ ਬੜੇ ਪੰਡਿਤ ਪ੍ਰੋਹਿਤ ਸੀ, ਵੇਦਾਂ ਸ਼ਾਸਤਰਾਂ ਨੂੰ ਜਾਣਨ ਵਾਲੇ, ਉਹ ਕਹਿਣ ਲੱਗੇ ਅਗਰ ਸਾਨੂੰ ਮੰਦਿਰ ਦੇ ਪੁਜਾਰੀ ਦੀ ਨਿਯੁਕਤੀ ਯਾਨੀ ਪਦਵੀ ਮਿਲ ਜਾਵੇ ਤਾਂ ਬੜਾ ਮਾਨ ਸਨਮਾਨ ਹੋਏਗਾ, ਕਿਉਂਕਿ ਰਾਜ ਮੰਦਿਰ ਹੈ, ਐਡਾ ਬੜਾ ਮੰਦਿਰ, ਔਰ ਜਿਹੜਾ ਪੁਜਾਰੀ ਇਹਦਾ ਬਣ ਗਿਆ ਉਹਦੀ ਤਾਂ ਸ਼ਾਨ ਵੀ ਉੱਚੀ ਹੋਏਗੀ। ਇਸ ਲਈ ਸਾਰੇ ਜਾ ਕੇ ਰਾਜੇ ਨੂੰ ਹੌਲੀ ਹੌਲੀ ਕਰਕੇ ਮਿਲਣਾ ਸ਼ੁਰੂ ਕਰਨ ਲੱਗੇ। ਜਦੋਂ ਮਿਲਣਾ ਤਾਂ ਕਿਸੇ ਨੇ ਕਹਿਣਾ ਮਹਾਰਾਜ ਮੈਨੂੰ 4 ਵੇਦਾਂ ਦਾ ਗਿਆਨ ਹੈ, ਮੈਨੂੰ ਸਾਰੇ ਪੁਰਾਣਾਂ ਦਾ ਗਿਆਨ ਹੈ, ਮੈਨੂੰ ਧਾਰਮਿਕ ਸ਼ਾਸਤਰਾਂ ਦਾ ਗਿਆਨ ਹੈ, ਮੇਰੇ ਤੋਂ ਜੋ ਮਰਜ਼ੀ ਪੁੱਛ ਲਓ, ਮੈਂ ਹਰ ਮੰਤਰ, ਹਰ ਵੇਦ ਦੀ ਗੱਲ, ਹਰ ਸ਼ਾਸਤਰ ਦੀ ਗੱਲ ਤੁਹਾਨੂੰ ਸੁਣਾ ਸਕਦਾ ਹਾਂ। ਇਸ ਕਰਕੇ ਇਸ ਮੰਦਿਰ ਦਾ ਪੁਜਾਰੀ ਬਣਨ ਵਾਸਤੇ ਮੈਂ ਸਭ ਤੋਂ ਉਪਯੋਗੀ ਹਾਂ। ਪਰ ਰਾਜੇ ਨੇ ਕਹਿਣਾ ਠੀਕ ਹੈ, ਮੈਂ ਸੁਣ ਲਈ ਤੁਹਾਡੀ ਗੱਲ, ਪਰ ਫੈਸਲਾ 30 ਦਿਨਾਂ ਬਾਅਦ ਲੈਣਾ ਹੈ, 30 ਦਿਨਾਂ ਬਾਅਦ ਫੈਸਲਾ ਲੈਣਾ ਹੈ। ਹੁਣ ਲੋਕ ਆਂਦੇ ਹੈ ਰਾਜੇ ਦੇ ਹੁਕਮ ਅਨੁਸਾਰ, ਆ ਕੇ ਨਮਸਕਾਰ ਕਰਕੇ ਚਲੇ ਜਾਂਦੇ ਹੈ। ਇੱਧਰ ਰਾਜਾ ਆਪਣੇ ਗੁਰੂ ਦੇ ਨਾਲ 7ਵੀਂ ਮੰਜ਼ਿਲ ਦੇ ਉੱਪਰ ਬੈਠਾ ਸਭ ਕੁਝ ਦੇਖਦਾ ਹੈ। ਜਿਹੜੇ ਰਸਤੇ ਨਗਰ ਤੋਂ ਲੋਕਾਂ ਦੇ ਆਉਣ ਵਾਲਾ ਰਸਤਾ ਹੈ ਨਾ, ਰਾਜਾ ਔਰ ਉਹਦਾ ਗੁਰੂ ਬੈਠੇ ਆਉਣ ਜਾਣ ਵਾਲੇ ਲੋਕਾਂ ਤੇ ਨਜ਼ਰ ਰੱਖ ਰਹੇ ਹੈ। ਹੁਣ ਵਕਤ ਗੁਜ਼ਰਦਾ ਚਲਾ ਗਿਆ, 30 ਦਿਨ ਜਦੋਂ ਗੁਜ਼ਰੇ ਤਾਂ ਹੁਣ ਉਹ ਸਮਾਂ ਆ ਗਿਆ ਜਦੋਂ ਪੁਜਾਰੀ ਦੀ ਨਿਯੁਕਤੀ ਦਾ ਸਮਾਂ ਸੀ, ਪੁਜਾਰੀ ਚੁਣਿਆ ਜਾਣਾ ਸੀ। ਤਾਂ ਜਦੋਂ ਉਹ ਵਕਤ ਆਇਆ ਤਾਂ ਬੜੇ ਬੜੇ ਪੰਡਿਤ ਪ੍ਰੋਹਿਤ ਉੱਥੇ ਬੈਠੇ ਹੈ ਕਿ ਅਸੀਂ ਰਾਜੇ ਨੂੰ ਮਿਲੇ ਸੀ, ਆਪਣੀ ਯੋਗਤਾ ਅਸੀਂ ਦੱਸੀ ਹੈ ਕਿ ਸਾਨੂੰ ਕਿੰਨੇ ਮੰਤਰਾਂ ਦਾ, ਵੇਦਾਂ ਦਾ, ਸ਼ਾਸਤਰਾਂ ਦਾ, ਕਿੰਨੀਆਂ ਚੀਜ਼ਾਂ ਦਾ ਗਿਆਨ ਹੈ। ਤਾਂ ਹੁਣ ਉਹਨਾਂ ਨੂੰ ਪੂਰੀ ਉਮੀਦ ਸੀ ਕਿ ਸਾਡੇ ਚੋਂ ਹੀ ਕਿਸੇ ਦਾ ਨਾਮ ਲਿਆ ਜਾਏਗਾ। ਪਰ ਜਦੋਂ ਰਾਜੇ ਨੇ ਐਲਾਨ ਕੀਤਾ, ਜਦੋਂ ਐਲਾਨ ਕੀਤਾ ਨਾਮ, ਤਾਂ ਜ਼ਰਾ ਹੁਣ ਸਮਝਣਾ ਕਿ ਜਿਹੜੇ ਨਾਮ ਦਾ ਰਾਜੇ ਨੇ ਐਲਾਨ ਕੀਤਾ ਤਾਂ ਸਾਰੇ ਦੇਖਣ ਲੱਗੇ ਹੈ ਕੌਣ ਬੰਦਾ, ਇਹ ਹੈ ਕੌਣ, ਇਹ ਇੱਧਰ ਉੱਧਰ ਦੇਖਣ ਲੱਗੇ ਜਦੋਂ ਨਾਮ ਉਹਦਾ ਪੁਕਾਰਿਆ ਗਿਆ। ਹੁਣ ਜਦੋਂ ਨਾਮ ਪੁਕਾਰਿਆ ਗਿਆ ਤਾਂ ਜਿੰਨੇ ਪੰਡਿਤ ਪ੍ਰੋਹਿਤ ਬੈਠੇ ਸੀ ਉਹ ਕਹਿੰਦੇ ਸਾਡਾ ਤਾਂ ਇਹ ਨਾਮ ਹੀ ਨਹੀਂ ਹੈ ਕਿਹਦਾ ਨਾਮ? ਤਾਂ ਰਾਜੇ ਨੇ ਫਿਰ ਕਿਹਾ ਮੈਂ ਜਿਸ ਦਾ ਨਾਮ ਪੁਕਾਰਿਆ ਹੈ ਜਿੱਥੇ ਵੀ ਹੈ ਫੌਰਨ ਪਹੁੰਚੇ। ਤਾਂ ਕੀ ਦੇਖਿਆ, ਪਿੱਛੋਂ ਇੱਕ ਗਰੀਬ ਜਿਹਾ ਇਨਸਾਨ, ਤਨ ਦੇ ਉੱਪਰ ਮੈਲੇ ਜਿਹੇ ਕੱਪੜੇ ਹੈ, ਉਹ ਗਰੀਬ ਜਿਹਾ ਇਨਸਾਨ ਚੱਲਦਾ ਆਇਆ ਔਰ ਦੇਖ ਕੇ ਲੱਗਦਾ ਹੈ ਅਨਪੜ੍ਹ ਹੈ, ਕੋਈ ਵੇਦਾਂ ਸ਼ਾਸਤਰਾਂ ਦਾ ਗਿਆਤਾ ਨਹੀਂ, ਉਹਦੀ ਹਾਲਤ ਦੇਖ ਕੇ ਲੱਗਦਾ ਹੈ। ਉਹ ਆਇਆ, ਆ ਕੇ ਹੱਥ ਜੋੜ ਕੇ ਖੜ ਗਿਆ। ਤਾਂ ਉਸ ਵੇਲੇ ਰਾਜੇ ਨੇ ਕਿਹਾ ਹਾਂ ਆ ਜਾ ਅੱਗੇ, ਤੇਰਾ ਹੀ ਨਾਮ ਪੁਕਾਰਿਆ ਹੈ। ਕਹਿੰਦਾ ਮਹਾਰਾਜ ਨਾਮ ਤਾਂ ਮੇਰੇ ਹੀ ਹੈ, ਪਰ ਕਿਤੇ ਕੋਈ ਗਲਤੀ ਤਾਂ ਨਹੀਂ ਹੋ ਗਈ? ਤੁਸੀਂ ਮੈਨੂੰ ਇਸ ਏਡੇ ਵੱਡੇ ਮੰਦਿਰ ਦਾ ਪੁਜਾਰੀ ਨਿਯੁਕਤ ਕਰ ਰਹੇ ਹੋ? ਤਾਂ ਉਸ ਵੇਲੇ ਪੰਡਿਤ ਪ੍ਰੋਹਿਤ ਵੀ ਬੈਠੇ ਸੀ, ਉਹ ਕਹਿੰਦੇ ਮਹਾਰਾਜ ਇਹ ਤਾਂ ਅਨਪੜ੍ਹ ਹੈ, ਗਰੀਬ ਹੈ, ਇਹਨੂੰ ਤਾਂ ਕਿਸੇ ਵੇਦ ਸ਼ਾਸਤਰ ਦਾ ਵੀ ਨਹੀਂ ਪਤਾ, ਔਰ ਤੁਸੀਂ ਇਸ ਨੂੰ ਐਡੀ ਵੱਡੀ ਪਦਵੀ ਤੇ ਬਿਠਾਉਣ ਲੱਗੇ ਹੋ। ਤਾਂ ਉਸ ਵੇਲੇ ਜ਼ਰਾ ਹੁਣ ਧਿਆਨ ਦੇਣਾ, ਰਾਜੇ ਨੇ ਕੀ ਕਿਹਾ। ਰਾਜਾ ਕਹਿੰਦਾ ਇਹਨਾਂ 30 ਦਿਨਾਂ 'ਚ ਮੈਂ ਇਹਦੇ ਅੰਦਰ ਉਹ ਦੇਖ ਲਿਆ ਜੋ ਤੁਹਾਡੇ ਕਿਸੇ ਦੇ ਅੰਦਰ ਵੀ ਹੈ ਨਹੀਂ। ਕਿਉਂਕਿ ਇਸ ਪਦਵੀ ਤੱਕ ਪਹੁੰਚਣ ਵਾਸਤੇ ਮੇਰੀ ਸ਼ਰਤ ਇਹ ਨਹੀਂ ਸੀ ਕਿ ਵੇਦਾਂ ਦਾ ਗਿਆਤਾ ਹੋਣਾ ਚਾਹੀਦਾ, ਸ਼ਾਸਤਰਾਂ ਦਾ ਗਿਆਤਾ ਹੋਣਾ ਚਾਹੀਦਾ ਹੈ, ਜਾਂ ਕੋਈ ਬੜਾ ਪ੍ਰੋਹਿਤ ਹੋਣਾ ਚਾਹੀਦਾ ਹੈ। ਮੈਂ ਕਿਹਾ ਸੀ ਮੈਨੂੰ ਇੱਕ ਯੋਗਿਆ ਇਨਸਾਨ ਚਾਹੀਦਾ ਹੈ ਇਸ ਪਦਵੀ ਤੇ ਬੈਠਣ ਨੂੰ, ਇਹ ਗੱਦੀ ਤੇ ਬੈਠਣ ਨੂੰ, ਪੁਜਾਰੀ ਦੀ ਗੱਦੀ ਤੇ ਬੈਠਣ ਨੂੰ ਇੱਕ ਯੋਗਿਆ ਇਨਸਾਨ ਚਾਹੀਦਾ ਹੈ। ਔਰ 30 ਦਿਨਾਂ 'ਚ ਮੈਂ ਦੇਖਿਆ ਕਿ ਇਹੀ ਸਭ ਤੋਂ ਯੋਗਿਆ ਹੈ। ਤਾਂ ਉਹਨਾਂ ਨੇ ਕਿਹਾ ਮਹਾਰਾਜ ਤੁਸੀਂ ਦੇਖਿਆ ਕੀ, ਪਤਾ ਤਾਂ ਲੱਗੇ ਸਾਨੂੰ
ਤਾਂ ਉਸ ਵੇਲੇ ਰਾਜੇ ਨੇ ਕਿਹਾ ਕਈ ਚੀਜ਼ਾਂ ਦੇਖੀਆਂ, ਹੁਣ ਮੈਂ ਉਹਦਾ ਵੀ ਉਹ ਚੀਜ਼ਾਂ ਨੂੰ ਵੀ ਪਰਦੇ ਤੋਂ ਬਾਹਰ ਕੱਢ ਦਿੰਦਾ, ਯਾਨੀ ਪਰਦਾ ਚੱਕ ਦਿੰਦਾ ਉਹ ਰਾਜ ਤੋਂ ਵੀ। ਮੈਂ ਕੀ ਦੇਖਿਆ? ਰਾਜਾ ਕਹਿੰਦਾ ਪਹਿਲੀ 30 ਦਿਨਾਂ 'ਚ ਮੈਂ ਕਈ ਵਾਰ ਅਜਮਾ ਕੇ ਦੇਖਿਆ ਕਿ ਆਪਣੇ ਸੈਨਿਕਾਂ ਨੂੰ ਕਹਿ ਕੇ ਮੈਂ ਰਸਤੇ 'ਚ ਇੱਕ ਬਿਮਾਰ ਕੁੱਤਾ ਰੱਖਿਆ, ਜਿਹੜਾ ਕਿ ਬਿਲਕੁਲ ਬਿਮਾਰ, ਔਰ ਜਦੋਂ ਲੋਕ ਉਹਦੇ ਕੋਲ ਜਾਂਦੇ ਸੀ ਤਾਂ ਕੋਈ ਉਹਦੇ ਵੱਲ ਧਿਆਨ ਨਹੀਂ ਦਿੰਦਾ ਸੀ, ਪਰ ਇਹਨੇ ਜਦ ਵੀ ਆਣਾ ਉਹਨੂੰ ਪਾਣੀ ਪਿਲਾਣਾ, ਉਹਦੇ ਕੋਲ ਬੈਠਣਾ, ਔਰ ਫਿਰ ਇਹਨੇ ਅੰਦਰ ਆਣਾ। ਫਿਰ ਰਾਜਾ ਕਹਿੰਦਾ ਦੂਜੀ ਘਟਨਾ ਮੈਂ ਦੇਖੀ ਕਿ ਇੱਕ ਦਿਨ ਮੈਂ ਆਪਣੇ ਸੈਨਿਕਾਂ ਨੂੰ ਕਿਹਾ ਸਭ ਨੂੰ ਫਲ ਦਿਓ ਪਰ ਬੱਚਿਆਂ ਨੂੰ ਨਹੀਂ ਦੇਣੇ। ਰਾਜੇ ਨੇ ਕਿਹਾ ਇੱਕ ਦਿਨ ਮੈਂ ਕੀ ਕਿਹਾ? ਸਭ ਨੂੰ ਫਲ ਦਿਓ ਪਰ ਬੱਚਿਆਂ ਨੂੰ ਨਹੀਂ ਦੇਣੇ। ਹੁਣ ਸਭ ਨੂੰ ਫਲ ਮਿਲੇ, ਤੁਹਾਨੂੰ ਵੀ ਮਿਲੇ ਸੀ, ਪਰ ਤੁਸੀਂ ਆਪਣੇ ਆਪਣੇ ਫਲ ਲੈ ਕੇ ਚਲੇ ਗਏ। ਇਹਨੂੰ ਫਲ ਮਿਲੇ ਜਦੋਂ ਬਾਹਰ ਨਿਕਲਿਆ, ਬੱਚੇ ਸਭ ਕੋਲੋਂ ਮੰਗ ਰਹੇ ਸੀ, ਪਰ ਤੁਸੀਂ ਕਹਿੰਦੇ ਸੀ, ਬਾਕੀ ਕਹਿੰਦੇ ਸੀ, ਰਾਜੇ ਨੇ ਕਿਹਾ ਬੱਚਿਆਂ ਨੂੰ ਨਹੀਂ ਦੇਣੇ, ਤੁਹਾਨੂੰ ਨਹੀਂ ਦੇ ਸਕਦੇ। ਤਾਂ ਜਦੋਂ ਇਹਦੇ ਕੋਲ ਬੱਚੇ ਗਏ ਨਾ, ਆਪਣੇ ਸਾਰੇ ਫਲ ਬੱਚਿਆਂ ਨੂੰ ਵੰਡ ਦਿੱਤੇ ਕਿ ਲਓ ਬੱਚੋ ਇਹ ਤੁਸੀਂ ਖਾਓ, ਜੇ ਰਾਜਾ ਸਜ਼ਾ ਦੇਗਾ ਤਾਂ ਮੈਂ ਆਪੀ ਉਹ ਸਜ਼ਾ ਨੂੰ ਭੋਗ ਲਾਉਂਗਾ। ਔਰ ਦੂਸਰੀ ਚੀਜ਼ ਇਹ, ਔਰ ਤੀਸਰੀ ਚੀਜ਼ ਮੈਂ ਜੋ ਦੇਖੀ ਉਹ ਸੀ ਕਿ ਮੈਂ ਰਸਤੇ ਦੇ ਵਿੱਚ ਇੱਕ ਪੱਥਰ ਰਖਾਇਆ ਹੋਇਆ ਸੀ। ਉਸ ਪੱਥਰ 'ਚ ਆਂਦੇ ਜਾਂਦਿਆਂ ਕਈਆਂ ਨੂੰ ਠੋਕਰ ਲੱਗੀ, ਪਰ ਕਿਸੇ ਨੇ ਵੀ ਉਹ ਪੱਥਰ ਨੂੰ ਚੱਕ ਕੇ ਇੱਕ ਤਰਫ ਨਹੀਂ ਕੀਤਾ। ਪਰ ਇਸ ਇਨਸਾਨ ਨੂੰ ਦੇਖਿਆ, ਇਹਨੂੰ ਠੋਕਰ ਨਹੀਂ ਲੱਗੀ, ਪਰ ਫਿਰ ਵੀ ਇਹਨੇ ਜਦੋਂ ਦੇਖਿਆ ਦੂਜਿਆਂ ਨੂੰ ਠੋਕਰ ਲੱਗਦੀ, ਇਹ ਇਕੱਲੇ ਨੇ ਮਿਹਨਤ ਕੀਤੀ, ਔਰ ਕਿਸੇ ਨੇ, ਅਸੀਂ ਉੱਪਰੋਂ ਦੇਖ ਰਹੇ ਸੀ, ਕਿਸੇ ਨੇ ਇਹਦੀ ਮਦਦ ਨਹੀਂ ਕੀਤੀ ਕਿ ਇਹਨੂੰ ਸਾਥ ਹੀ ਦੇ ਦਈਏ ਇਹ ਪੱਥਰ ਇੱਕ ਪਾਸੇ ਕਰਨ 'ਚ, ਪਰ ਇਹਨੇ ਇਕੱਲੇ ਨੇ ਮਿਹਨਤ ਕਰਕੇ ਉਹ ਪੱਥਰ ਨੂੰ ਇੱਕ ਤਰਫ ਕੀਤਾ। ਇੱਥੋਂ ਕੀ ਪਤਾ ਲੱਗਦਾ ਹੈ ਕਿ ਇਹਦੇ ਅੰਦਰ ਗੁਣ ਹੈ, ਇਹ ਜਾਨਵਰਾਂ ਨੂੰ ਵੀ ਪ੍ਰੇਮ ਕਰਦਾ ਹੈ, ਔਰ ਇਹਦੇ ਅੰਦਰ ਗੁਣ ਹੈ ਦਇਆ ਦਾ, ਕਿਉਂਕਿ ਜਿਹਦੇ ਅੰਦਰ ਦਇਆ ਦਾ, ਕਰੁਣਾ ਦਾ ਗੁਣ ਹੋਵੇ, ਉਹੀ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਸਕਦਾ ਹੈ। ਔਰ ਇਹਨੇ ਆਪ ਨਹੀਂ ਉਹ ਫਲ ਖਾਦੇ, ਬੱਚਿਆਂ ਨੂੰ ਦਿੱਤੇ, ਇਹਦਾ ਮਤਲਬ ਇਹਨੂੰ ਇਨਸਾਨੀਅਤ ਨਾਲ ਵੀ ਪ੍ਰੇਮ ਹੈ। ਔਰ ਦੂਸਰਾ, ਇਹਨੇ ਰਸਤੇ ਵਿੱਚ ਪਏ ਹੋਏ ਪੱਥਰ ਨੂੰ ਹਟਾਇਆ, ਦੂਜਿਆਂ ਨੂੰ ਠੋਕਰ ਲੱਗਦੀ ਦੇਖ ਕੇ ਇਹ ਦੂਜਿਆਂ ਦੀ ਤਕਲੀਫ ਨਹੀਂ ਦੇਖ ਸਕਦਾ। ਔਰ ਜਿਹੜਾ ਇਨਸਾਨ ਦੂਜਿਆਂ ਦੀ ਖਾਤਰ ਮਿਹਨਤ ਕਰਨ ਨੂੰ ਤਿਆਰ ਹੋਵੇ, ਦੂਜਿਆਂ ਦੀ ਤਕਲੀਫ ਦੁੱਖ ਨੂੰ ਦੂਰ ਕਰਨ ਨੂੰ ਤਿਆਰ ਹੋਵੇ, ਜਿਹਦੇ ਅੰਦਰ ਕਰੁਣਾ ਹੋਵੇ, ਪ੍ਰੇਮ ਹੋਵੇ, ਉਹੀ ਜ਼ਿਆਦਾ ਉਪਯੋਗੀ ਇਨਸਾਨ ਹੁੰਦਾ, ਉਹੀ ਪ੍ਰਮਾਤਮਾ ਦੇ ਨੇੜੇ ਹੁੰਦਾ, ਔਰ ਉਹੀ ਉੱਚੀ ਪਦਵੀ ਦੇ ਬੈਠਣ ਦੇ ਲਾਇਕ ਵੀ ਹੁੰਦਾ ਹੈ। ਇਸ ਲਈ ਤੁਹਾਡੇ ਕੋਲ ਸਿਰਫ ਵੇਦਾਂ ਸ਼ਾਸਤਰਾਂ ਦਾ ਗਿਆਨ ਹੈ, ਤੁਸੀਂ ਵੇਦਾਂ ਸ਼ਾਸਤਰਾਂ ਨੂੰ ਤਾਂ ਪੜ੍ਹ ਲਿਆ, ਪਰ ਪ੍ਰਭੂ ਦੇ ਘਰ ਦਾ ਜਿਹੜਾ ਗਿਆਨ ਹੈ ਨਾ, ਉਹ ਪ੍ਰਭੂ ਦੇ ਘਰ ਦਾ ਗਿਆਨ ਹੈ ਪ੍ਰੇਮ, ਸ਼ਾਂਤੀ, ਦਇਆ, ਕਰੁਣਾ, क्षमा, एक दूजे की पीड़ा नूं समझना, ये प्रभु के घर के गुण है, ये याद रखो हमेशा। इसलिए ये जिन्ने भी वेद शास्त्र आए ये बाद में आए, क्योंकि ये उन्हां ऋषियां मुनियां की आवाज सी जिन्हां ने पहला उस मंजिल नूं पाया। कोई भी शास्त्र बाद चों आंदा है, पहला तो मंजिल पाई जाती, और मंजिल पाने वास्ते शास्त्रां की लोड़ नहीं है। मंजिल पाने वास्ते अंदर करुणा, प्रेम, दया, क्षमा की, अच्छाई की जरूरत है। जरा सोच के देखो, जे हुण तुहानूं पुछीए असीं जवाब देना सानूं कि जे असीं अज कहंदे पवित्र कुरान, तो कुरान बाद चों आया, पर पहला हजूर नूं मंजिल मिली, और जदों मंजिल मिली तो मंजिल किद्दां मिली? उन्हां दे अंदर प्रेम सी, करुणा सी, दया सी, पहला मंजिल ते पहुंचे, फिर जो उधरों आवाज आई या जो अंदर ज्ञान के दरवाजे खुले, वो फिर बाद चों कुरान के रूप च दुनिया तक पहुंचे। ये असीं कहंदे श्री गुरु नानक देव जी ने वाणी का उच्चारण किया, पहला उस मंजिल ते पहुंचे, बाद च उन्हां दे जो शब्द सी उन्होंने गुरबाणी का रूप ले लिया। पहला वो मंजिल, जिद्दां हुण समझ लो एक टीचर वो बाद विच कुर्सी ते बैठदा, पहला उन्होंने मेहनत करके उत्थे तक पहुंचण वास्ते तैयारी करनी पैंदी है। समझ आ रही है कि नहीं? हुण उस मंजिल नूं पाउण वास्ते हुण कई सोचदे कि सीधा असीं किसी शब्द नूं, किसी श्लोक नूं याद कर लईए। ठीक है, याद कर लो, पर जे अंदर दया नहीं है, करुणा नहीं है, प्रेम नहीं है, अच्छाई नहीं है, सच्चाई नहीं है, तो बाहरों कोई मंत्र याद करन दा कोई फायदा नहीं होएगा। क्योंकि मंत्र तक तोता भी रट लेगा, पर रटन दे नाल वो कोई प्रभु की मंजिल नूं नहीं पा लेगा। प्रभु की मंजिल जब भी मिलती है तो अंदरली अच्छाई दे नाल मिलदी, सच्चाई दे नाल मिलदी है। इसलिए इत्थे भी यही कहांगे तुहानूं कि यह कहानी सानू ज्ञान देने वास्ते किद्दां बनाई गई है कि जिद्दां राजे ने 7 मंजिला मंदिर बनाया,
ਇਦਾਂ ਹੀ ਪ੍ਰਮਾਤਮਾ ਨੇ ਵੀ ਇਹ ਤੁਹਾਨੂੰ ਸਰੀਰ ਦਿੱਤਾ, ਔਰ ਇਹ ਸਰੀਰ ਦੇ 7 ਚੱਕਰ ਹੈ, ਔਰ 7ਵੇਂ ਚੱਕਰ ਤੇ ਬੈਠਾ ਪ੍ਰਮਾਤਮਾ ਸਭ ਕੁਝ ਦੇਖ ਰਿਹਾ ਹੈ। ਦੇਖ ਰਿਹਾ ਹੈ ਕਿ ਕਿਹੜੇ ਸਿਰਫ ਵੇਦਾਂ ਸ਼ਾਸਤਰਾਂ ਨੂੰ, ਧਾਰਮਿਕ ਗ੍ਰੰਥਾਂ ਨੂੰ ਹੀ ਯਾਦ ਕਰ ਰਹੇ ਹੈ, ਤਾਂ ਕਿਹੜੇ ਐਸੇ ਹੈ ਜਿਹੜੇ ਦੂਜਿਆਂ ਤੇ ਦਇਆ ਕਰਦੇ ਹੈ, ਦੂਜਿਆਂ ਨਾਲ ਪ੍ਰੇਮ ਕਰਦੇ ਹੈ, ਦੂਜਿਆਂ ਦੇ ਨਾਲ ਅੱਛਾਈ ਕਰਦੇ ਹੈ, ਉਹ ਕਰਮ ਕਰਦੇ ਜਿਨ੍ਹਾਂ ਦੂਜੇ ਦੀ ਤਕਲੀਫ ਦੁੱਖ ਦੂਰ ਹੋ ਸਕੇ। ਉੱਥੇ ਬੈਠਾ ਪ੍ਰਭੂ ਵੀ ਸਭ ਕੁਝ ਦੇਖ ਰਿਹਾ ਹੈ। ਔਰ ਅੰਤ ਵਿੱਚ ਪ੍ਰਮਾਤਮਾ ਕਿਹਨੂੰ ਚੁਣਦਾ ਹੈ? ਜਿਹਦੇ ਅੰਦਰ ਦਇਆ ਹੈ, ਕਰੁਣਾ ਹੈ, ਪ੍ਰੇਮ ਹੈ, ਅੱਛਾਈ ਹੈ, क्षमा ਦੀ ਭਾਵਨਾ ਹੈ। ਇਸ ਲਈ ਜੇ ਤੁਸੀਂ ਵੀ ਉਸ ਮੰਜ਼ਿਲ ਤੱਕ ਪਹੁੰਚਣਾ, ਤੁਸੀਂ ਚਾਹੁੰਦੇ ਹੋ ਪਰਮਾਤਮਾ ਮੈਨੂੰ ਚੁਣੇ, ਤਾਂ ਫਿਰ ਕਦੋਂ ਚੁਣੇਗਾ ਤੁਹਾਨੂੰ? ਜਰਾ ਸੋਚੋ ਕਿ ਦੁਨੀਆ ਦੇ ਉੱਪਰ ਵੇਦਾਂ ਸ਼ਾਸਤਰਾਂ ਨੂੰ ਯਾਦ ਕਰਨ ਵਾਲੇ ਤਾਂ ਬਹੁਤ ਹੈ, ਪਰ ਪਰਮਾਤਮਾ ਕਿਹਨਾਂ ਨੂੰ ਚੁਣਦਾ ਹੈ? ਜਿਹਦੇ ਅੰਦਰ ਕੀ ਹੋਵੇ? ਦਇਆ, ਪ੍ਰੇਮ, ਸ਼ਰਧਾ, ਅੱਛਾਈ, ਸੱਚਾਈ, ਜਿਹਦੇ ਅੰਦਰ ਕਰੁਣਾ, ਇਹ ਗੁਣ ਹੁੰਦੇ ਹੈ। ਕਿਉਂਕਿ ਇਹੀ ਤਾਂ ਆਤਮਾ ਦੇ ਗੁਣ ਹੈ, ਇਹੀ ਤਾਂ ਪ੍ਰਮਾਤਮਾ ਦੇ ਗੁਣ ਹੈ। ਜਦੋਂ ਇਹੀ ਗੁਣ ਤੁਹਾਡੇ ਅੰਦਰ ਹੋਣਗੇ ਤਾਂ ਫਿਰ ਪ੍ਰਮਾਤਮਾ ਤੁਹਾਡਾ ਚੁਣਾਵ ਕਰੇਗਾ। ਇਸ ਲਈ ਜੇ ਬੰਦਾ ਸੋਚੇ ਮੈਂ ਫਲਾਣੇ ਮੰਤਰ ਨੂੰ ਯਾਦ ਕਰਨ ਤੇ ਜ਼ੋਰ ਦੇਣਾ ਹੈ, ਤਾਂ ਮੰਤਰ ਨੂੰ ਯਾਦ ਕਰਨ ਦੇ ਬਜਾਏ ਆਪਣੇ ਅੰਦਰਲੀ ਅੱਛਾਈ ਤੇ ਜ਼ੋਰ ਦਈਏ, ਆਪਣੇ ਅੰਦਰਲੀ ਸੱਚਾਈ ਤੇ ਜ਼ੋਰ ਦਈਏ ਕਿ ਮੈਂ ਸਦਾ ਸੱਚ ਬੋਲਣਾ ਹੈ, ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਮੈਂ ਕਿਸੇ ਤੇ ਜ਼ੁਲਮ ਨਹੀਂ ਕਰਨਾ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ, ਮੈਂ ਕਿਸੇ ਨੂੰ ਬੁਰਾ ਬੋਲ ਨਹੀਂ ਬੋਲਣਾ। ਇਹ ਚੀਜ਼ ਤੇ ਜ਼ੋਰ ਦੇਵਾਂਗੇ ਤਾਂ ਪ੍ਰਮਾਤਮਾ ਜਲਦੀ ਖੁਸ਼ ਹੋ ਕੇ ਸਾਨੂੰ ਚੁਣ ਲਏਗਾ। ਤਾਂ ਹੁਣ ਅਸੀਂ ਮੰਤਰ ਯਾਦ ਕਰੀ ਜਾਈਏ, ਲੰਬੀਆਂ ਲੰਬੀਆਂ ਆਇਤਾਂ, ਲੰਬੇ ਲੰਬੇ ਕਲਾਮ ਜਾਂ ਲੰਬੇ ਲੰਬੇ ਸ਼ਬਦ ਯਾਦ ਕਰੀ ਜਾਈਏ, ਪਰ ਆਪਣੇ ਅੰਦਰਲੀ ਸੱਚਾਈ ਤੇ ਜ਼ੋਰ ਨਾ ਦਈਏ, ਅੱਛਾਈ ਤੇ ਜ਼ੋਰ ਨਾ ਦਈਏ, ਪ੍ਰੇਮ ਤੇ ਜ਼ੋਰ ਨਾ ਦਈਏ, ਕਰੁਣਾ ਤੇ ਜ਼ੋਰ ਨਾ ਦਈਏ, ਤਾਂ ਫਿਰ ਕੀ ਪ੍ਰਮਾਤਮਾ ਖੁਸ਼ ਹੋ ਜਾਏਗਾ? ਬੰਦਾ ਕਹਿੰਦਾ ਇੰਨੀ ਦੇਰ ਬਹਿ ਕੇ ਮੈਂ ਆਹ ਮੰਤਰ ਪੜ੍ਹ ਰਿਹਾ ਹਾਂ, ਪਰ ਫਿਰ ਮੈਂ ਨਿੰਦਿਆ ਸ਼ੁਰੂ ਕਰ ਦਿੱਤੀ, ਗਾਲੀ ਗਲੋਚ ਸ਼ੁਰੂ ਕਰ ਦਿੱਤਾ, ਬੁਰਾ ਬੋਲਣਾ ਸ਼ੁਰੂ ਕਰ ਦਿੱਤਾ, ਝਗੜੇ ਸ਼ੁਰੂ ਕਰਤੇ, ਲੜਾਈਆਂ ਸ਼ੁਰੂ ਕਰ ਦਿੱਤੀਆਂ, ਤਾਂ ਕੀ ਫਾਇਦਾ? ਫਿਰ ਕੀ ਫਾਇਦਾ ਹੋਏਗਾ ਉਹਦੇ ਨਾਲ? ਇਸ ਲਈ ਇੱਥੇ ਮੌਲਾਨਾ ਰੂਮ ਇਹੀ ਚੀਜ਼ ਸਮਝਾ ਰਹੇ ਹੈ ਕਿ ਆਪਣੇ ਕਰਮਾਂ ਨੂੰ, ਆਪਣੀ ਕਰਨੀ ਨੂੰ, ਆਪਣੇ ਸ਼ਬਦਾਂ ਨੂੰ ਉੱਚਾ ਕਰ। ਜਦ ਵੀ ਤੇਰੀ ਜ਼ੁਬਾਨ ਤੋਂ ਸ਼ਬਦ ਨਿਕਲਣ ਤਾਂ ਉੱਚੇ ਨਿਕਲਣ, ਗਿਰੇ ਹੋਏ ਨਾ, ਮਾੜੇ ਬੋਲ ਨਹੀਂ ਬੋਲਣੇ। ਚਾਹੇ ਥੋੜਾ ਬੋਲ ਪਰ ਚੰਗਾ ਬੋਲ, ਅੱਛਾ ਬੋਲ, ਉੱਚਾ ਬੋਲ। ਅਗਰ ਤੂੰ ਲਗਾਤਾਰ ਵੀ ਸੋਚੇ ਬੋਲੀ ਜਾਵੇਂ ਪਰ ਉਹ ਤੇਰੀਆਂ ਗੱਲਾਂ ਬੇਕਾਰ ਹੋਣ, ਦੂਜੇ ਨੂੰ ਦੁੱਖ ਦੇਣ ਵਾਲੀਆਂ ਹੋਣ, ਨੀਵੀਆਂ ਹੋਣ, ਤਾਂ ਫਿਰ ਉਹ ਤੇਰਾ ਬਹੁਤਾ ਬੋਲਣਾ ਵੀ ਕਿਸੇ ਕੰਮ ਦਾ ਨਹੀਂ ਹੈ। ਥੋੜਾ ਬੋਲ ਪਰ ਅੱਛਾ ਬੋਲ, ਔਰ ਆਪਣੀ ਕਰਨੀ ਨੂੰ ਉੱਚਾ ਕਰ। ਕਰਨੀ ਨੂੰ ਉੱਚਾ ਵੀ ਤੁਸੀਂ ਸਮਝੀ ਗਏ ਹੋ ਕਿ ਜਦੋਂ ਅੱਛੀ ਕਰਨੀ ਕਰਾਂਗੇ ਤਾਂ ਇਹ ਸਾਡੀ ਕਰਨੀ ਉੱਚੀ ਗਿਣੀ ਜਾਏਗੀ। ਇਸ ਲਈ ਇਹ ਦੇਖੋ ਕਿ ਮੇਰੇ ਬੋਲ ਉੱਚੇ ਹੈ, ਮੇਰੇ ਸ਼ਬਦ ਉੱਚੇ ਹੈ, ਮੇਰੀ ਕਰਨੀ ਉੱਚੀ ਹੈ, ਜਾਂ ਸਿਰਫ ਮੇਰੀ ਆਵਾਜ਼ ਹੀ ਉੱਚੀ ਹੈ? ਕਿਉਂਕਿ ਉੱਚੀ ਆਵਾਜ਼ ਉਹ ਬਾਦਲਾਂ ਦੀ ਗਰਜਨਾ, ਉਹਦੇ ਨਾਲ ਕਿਸੇ ਨੂੰ ਲਾਭ ਨਹੀਂ ਹੋਏਗਾ, ਉਹਦੇ ਨਾਲ ਤੈਨੂੰ ਵੀ ਲਾਭ ਨਹੀਂ ਹੋਏਗਾ। ਪਰ ਜਦੋਂ ਤੂੰ ਉੱਚੇ ਬੋਲ ਬੋਲੇਗਾ, ਉੱਚੇ ਸ਼ਬਦ ਬੋਲੇਗਾ, ਉੱਚੀ ਕਰਨੀ ਕਰੇਗਾ, ਤਾਂ ਫਿਰ ਤੈਨੂੰ ਲਾਭ ਜ਼ਰੂਰ ਹੋਏਗਾ, ਫਿਰ ਤੈਨੂੰ ਫਾਇਦਾ ਜ਼ਰੂਰ ਹੋਏਗਾ, ਫਿਰ ਤੇਰੇ ਜੀਵਨ 'ਚ ਖੁਸ਼ੀਆਂ ਵੀ ਜ਼ਰੂਰ ਆਣਗੀਆਂ। ਇਸ ਲਈ ਇਹ ਹਮੇਸ਼ਾ ਯਾਦ ਰੱਖੋ ਕਿ ਜਿੱਦਾਂ ਰਾਜੇ ਨੇ ਟਾਈਮ ਦਿੱਤਾ ਸੀ, ਸਮਾਂ ਦਿੱਤਾ ਸੀ 30 ਦਿਨ ਦਾ, ਇਦਾਂ ਹੀ ਪ੍ਰਮਾਤਮਾ ਸਾਨੂੰ ਵੀ ਸਮਾਂ ਦੇ ਕੇ ਭੇਜਦਾ ਹੈ। ਕਿਸੇ ਕੋ 70 ਸਾਲ ਦਾ ਸਮਾਂ ਹੁੰਦਾ ਹੈ, ਕਿਸੇ ਕੋ 80 ਸਾਲ ਦਾ ਸਮਾਂ ਹੁੰਦਾ ਹੈ, ਕਿਸੇ ਕੋ 90 ਸਾਲ ਦਾ। ਯਾਨੀ ਜਿੰਨਾ ਇਹ ਤੁਹਾਡਾ ਜੀਵਨ ਹੈ ਨਾ, ਸਮਝ ਲਓ ਉਨਾ ਰੱਬ ਨੇ ਤੁਹਾਨੂੰ ਸਮਾਂ ਦਿੱਤਾ ਹੈ। ਔਰ ਇੱਥੇ ਬੈਠਾ ਉਹ ਸਭ ਕੁਝ ਦੇਖ ਰਿਹਾ, ਅੰਦਰ ਬੈਠਾ ਦੇਖ ਰਿਹਾ ਹੈ ਕਿ ਕਿਹੜਾ ਯੋਗਿਆ ਹੈ, ਕਿਹੜਾ ਇਸ ਯੋਗਿਆ ਹੈ ਕਿ ਮੈਂ ਉਹਨੂੰ ਆਪਣੇ ਗਲ ਨਾਲ ਲਾ ਸਕਾਂ, ਮੈਂ ਉਹਨੂੰ ਉਹ ਰਹਿਮਤ ਦੇ ਸਕਾਂ, ਮੈਂ ਇਹ ਸਾਰੇ ਪਰਦੇ ਹਟਾ ਕੇ ਉਹ ਪਰਮਾਨੰਦ ਦੇ ਨਾਲ ਉਹਨੂੰ ਭਰਪੂਰ ਕਰ ਦੇਵਾਂ। ਉਹ ਯੋਗਿਆ ਦੇਖਦਾ ਹੈ। ਔਰ ਯੋਗਿਤਾ ਦਾ ਪਤਾ ਕਦੋਂ ਲੱਗੇਗਾ? ਜ਼ਰਾ ਹੁਣ ਗੌਰ ਕਰਨਾ। ਅੱਜ ਇਨਸਾਨ ਆਪਣੀ ਜ਼ੁਬਾਨ ਦੀ ਸਵਾਦ ਦੀ ਖਾਤਰ ਕਿੰਨੇ ਜਾਨਵਰਾਂ ਨੂੰ ਕਤਲ ਕਰੀ ਜਾ ਰਿਹਾ, ਔਰ ਬੰਦਾ ਸੋਚਦਾ ਹੈ ਕਿ ਮੈਨੂੰ ਰੱਬ ਮਿਲ ਜਾਏਗਾ, ਇਦਾਂ ਮਿਲ ਜਾਏਗਾ। ਰੱਬ ਨੇ ਕਹਿਣਾ ਇਹ ਮੇਰੇ ਯੋਗਿਆ ਨਹੀਂ ਹੈ। ਕਿਉਂਕਿ ਜਿਹੜਾ ਆਪਣੇ ਜ਼ੁਬਾਨ ਦੇ ਉੱਤੇ ਕੰਟਰੋਲ ਨਹੀਂ ਕਰ ਸਕਿਆ, ਆਪਣੇ ਸਵਾਦ ਤੇ ਕੰਟਰੋਲ ਨਹੀਂ ਕਰ ਸਕਿਆ, ਇੱਕ ਆਪਣਾ ਸਵਾਦ ਪੂਰਾ ਕਰਨ ਦੀ ਖਾਤਰ ਕਿਸੇ ਦੀ ਜਾਨ ਲੈ ਰਿਹਾ ਹੈ, ਇਹ ਮੇਰੇ ਯੋਗਿਆ ਕਿੱਥੋਂ ਹੋ ਸਕਦਾ ਹੈ? ਜ਼ਰਾ ਸੋਚੋ। ਹੁਣ ਜੇ ਪ੍ਰਭੂ, ਗੁਰੂ, ਰਹਿਬਰ, ਸੰਤ ਕਹਿੰਦੇ ਐ ਬੁਰਾ ਬੋਲ ਨਾ ਬੋਲ, ਕਿਸੇ ਦਾ ਦਿਲ ਦੁਖੇ, ਜਦੋਂ ਦਿਲ ਦੁਖਣ ਤੋਂ ਰੋਕ ਸਕਦੇ ਐ, ਤਾਂ ਇਹ ਤਾਂ ਕਦੀ ਇਜਾਜ਼ਤ ਦੇਣਗੇ ਹੀ ਨਹੀਂ ਕਿ ਕਿਸੇ ਨੂੰ ਮਾਰ ਕੇ ਆਪਣਾ ਪੇਟ ਭਰ। ਸਮਝ ਆ ਰਹੀ ਹੈ ਕਿ ਨਹੀਂ? ਇਸ ਲਈ ਇਹ ਇੱਕ ਇੱਕ ਚੀਜ਼ ਦਾ ਪੂਰੀ ਤਰ੍ਹਾਂ ਖਿਆਲ ਰੱਖਣਾ ਕਿ ਸਾਡੇ ਅੰਦਰ ਦੂਜਿਆਂ ਦੇ ਪ੍ਰਤੀ ਦਇਆ ਹੋਣੀ ਚਾਹੀਦੀ। ਫਿਰ ਚਾਹੇ ਉਹ ਜਾਨਵਰ ਹੋਣ, ਪਸ਼ੂ ਪੰਛੀ ਹੋਣ, ਚਾਹੇ ਇਨਸਾਨ ਹੋਣ, ਚਾਹੇ ਉਹ ਕਿਸੇ ਵੀ ਕੈਟਾਗਰੀ ਚ ਆ ਜਾਣ, ਪਰ ਸਾਡੇ ਅੰਦਰ ਦਇਆ ਹੋਣੀ ਚਾਹੀਦੀ ਹੈ।
ਕਿ ਮੈਂ ਕਿਸੇ ਦੀ ਪੀੜਾ, ਕਿਸੇ ਦੀ ਤਕਲੀਫ, ਕਿਸੇ ਦਾ ਦੁੱਖ ਨਹੀਂ ਦੇਖ ਸਕਦਾ। ਕਰੁਣਾ ਹੋਣੀ ਚਾਹੀਦੀ ਹੈ ਸਾਡੇ ਅੰਦਰ। ਇਸ ਲਈ ਹੁਣ ਦੂਜੀ ਗੱਲ ਤੇ ਆ ਜਾਈਏ। ਫਿਰ ਉਸਨੇ ਕੀ ਕੀਤਾ? ਬੱਚਿਆਂ ਨੂੰ ਫਲ ਵੰਡੇ। ਜੋ ਰਾਜੇ ਨੇ ਕਿਹਾ ਦੂਜੀ ਗੱਲ। ਹੁਣ ਇੱਥੇ ਵੀ ਇੱਕ ਇਸ਼ਾਰਾ ਹੈ ਕਿ ਹਰ ਬੰਦਾ ਆਪਣੇ ਬਾਰੇ ਹੀ ਸੋਚਦਾ ਹੈ, ਮੈਨੂੰ ਆਹ ਮਿਲੇ, ਮੈਨੂੰ ਉਹ ਮਿਲੇ, ਇਹ ਚੀਜ਼ ਮੈਨੂੰ ਮਿਲੀ ਹੈ ਤਾਂ ਮੇਰੇ ਕੋਲ ਹੀ ਰਵੇ। ਤਾਂ ਪ੍ਰਮਾਤਮਾ ਕਹਿੰਦਾ ਇਹ ਵੀ ਆਪਣੇ ਅੰਦਰ ਗੁਣ ਪੈਦਾ ਕਰ ਕਿ ਦੂਜਿਆਂ ਵਾਸਤੇ ਵੀ ਮੰਗਣਾ ਸ਼ੁਰੂ ਕਰ। ਦੂਜਿਆਂ ਵਾਸਤੇ ਮੰਗਣਾ ਕਿ ਆਪਣੇ ਵਾਸਤੇ ਤਾਂ ਮੰਗਦਾ ਹੀ ਹੈ ਕਿ ਰੱਬਾ ਮੇਰੇ ਤੇ ਕਿਰਪਾ ਕਰ, ਦੂਜਿਆਂ ਵਾਸਤੇ ਹੀ ਮੰਗ ਕੇ ਪ੍ਰਮਾਤਮਾ ਇਹਦੇ ਵੀ ਦੁੱਖਾਂ ਨੂੰ ਦੂਰ ਕਰ ਦੇ, ਇਹਦੀਆਂ ਵੀ ਪਰੇਸ਼ਾਨੀਆਂ ਨੂੰ ਦੂਰ ਕਰ ਦੇ। ਹੁਣ ਫਰਜ਼ ਕਰੋ ਤੁਸੀਂ ਦੁਆ ਕਰਦੇ ਹੋ, ਅਰਦਾਸ ਕਰਦੇ ਹੋ, ਬੇਨਤੀ ਕਰਦੇ ਹੋ ਤਾਂ ਕਹਿੰਦੇ ਹੋ ਪ੍ਰਮਾਤਮਾ ਮੇਰੇ ਤੇ ਕਿਰਪਾ ਕਰ। ਇਹ ਵੀ ਕਹਿ ਦਿਆ ਕਰੋ ਕਿ ਆ ਪ੍ਰਭੂ ਜੋ ਵੀ ਜਿੱਥੇ ਬੈਠਾ ਤੈਨੂੰ ਯਾਦ ਕਰ ਰਿਹਾ ਹੈ ਉੱਤੇ ਵੀ ਰਹਿਮਤ ਕਰ ਦੇ, ਉੱਤੇ ਵੀ ਮਿਹਰ ਕਰ ਦੇ, ਉਹਦੇ ਵੀ ਦੁੱਖਾਂ ਨੂੰ ਦੂਰ ਕਰ ਦੇ, ਉਹਦੀਆਂ ਵੀ ਝੋਲੀਆਂ ਭਰ ਦੇ, ਤਾਂ ਕਿ ਜੋ ਵੀ ਤੈਨੂੰ ਯਾਦ ਕਰੇ ਉਹਦੇ ਜੀਵਨ 'ਚ ਖੁਸ਼ੀਆਂ, ਰਹਿਮਤਾਂ, ਬਰਕਤਾਂ, ਬਖਸ਼ਿਸ਼ਾਂ ਸਭ ਕੁਝ ਦੇ ਦੇ। ਸਭ ਦੀ ਬੇਨਤੀ ਪੂਰੀ ਕਰ। ਜਦੋਂ ਤੁਸੀਂ ਇੰਨੀ ਗੱਲ ਵੀ ਕਹਿ ਦਿੰਦੇ ਹੋ ਤਾਂ ਪ੍ਰਮਾਤਮਾ ਖੁਸ਼ ਹੁੰਦਾ ਹੈ ਕਿ ਦੇਖੋ ਇਹਨੂੰ ਦੂਜਿਆਂ ਦੀ ਵੀ ਫਿਕਰ ਹੈ। ਆਪਣੇ ਵਾਸਤੇ ਤਾਂ ਹਰ ਕੋਈ ਮੰਗਦਾ ਹੈ, ਪਰ ਜਿਹੜਾ ਦੂਜੇ ਨੂੰ ਦੇਣਾ ਸਿੱਖ ਲਵੇ ਇਹ ਪ੍ਰਮਾਤਮਾ ਵਾਲਾ ਗੁਣ ਹੈ, ਇਹ ਪ੍ਰਭੂ ਵਾਲਾ ਗੁਣ ਹੈ। ਉਹੀ ਇਨਸਾਨ ਪ੍ਰਭੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ, ਜਿਹਦੇ ਅੰਦਰ ਦੂਜਿਆਂ ਦੇ ਉੱਪਰ ਦਇਆ ਕਰਨ ਦੀ, ਜਾਂ ਜਿਹੜੇ ਦੂਜਿਆਂ ਦੀ ਖੁਸ਼ੀ ਨੂੰ ਵੀ ਸਮਝਦੇ ਹੈ, ਦੂਜਿਆਂ ਦੇ ਜੀਵਨ 'ਚ ਵੀ ਖੁਸ਼ੀਆਂ ਦੇ ਰੰਗ ਭਰਨਾ ਸ਼ੁਰੂ ਕਰ ਦਿੰਦੇ ਹੈ, ਉਹ ਹੈ ਪ੍ਰਭੂ ਦੇ ਪਿਆਰੇ। ਤਾਂ ਤੀਜਾ ਗੁਣ ਕਿਹੜਾ ਸੀ? ਉਹਨੇ ਰਸਤੇ 'ਚ ਪਿਆ ਹੋਇਆ ਪੱਥਰ ਹਟਾ ਦਿੱਤਾ। ਤੁਸੀਂ ਵੀ ਚਲਦੇ ਫਿਰਦੇ ਦੇਖ ਸਕਦੇ ਹੋ। ਹੁਣ ਅੱਜ ਇਨਸਾਨ ਕੀ ਕਰਦਾ ਹੈ ਕਿ ਦੂਜਿਆਂ ਨੂੰ ਕਾਮਯਾਬ ਹੁੰਦਾ ਦੇਖ ਕੇ ਕਈ ਰੁਕਾਵਟਾਂ ਖੜੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਦੀ ਲੱਤ ਖਿੱਚ ਕੇ ਉਹਨੂੰ ਗਿਰਾਉਣ ਦੀ ਕੋਸ਼ਿਸ਼ ਕਰਦਾ ਹੈ, ਕਈ ਉਹਦੇ ਜੀਵਨ 'ਚ ਰੁਕਾਵਟਾਂ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਫਿਰ ਸੋਚਦਾ ਪ੍ਰਮਾਤਮਾ ਮੈਨੂੰ ਮਿਲ ਜਾਵੇ, ਉਹਦੀ ਕਿਰਪਾ ਮੈਨੂੰ ਮਿਲ ਜਾਵੇ। ਤਾਂ ਪ੍ਰਮਾਤਮਾ ਕਹਿੰਦਾ ਜੇ ਮੇਰੀ ਕਿਰਪਾ ਚਾਹੀਦੀ ਹੈ ਤਾਂ ਦੂਜੇ ਦੇ ਰਸਤੇ ਦੇ ਰੁਕਾਵਟਾਂ ਨੂੰ ਦੂਰ ਕਰਨ ਦੀ ਤਾਂ ਕੋਸ਼ਿਸ਼ ਕਰ, ਪਰ ਕਿਸੇ ਨੂੰ ਗਿਰਾਉਣ ਦੀ ਕੋਸ਼ਿਸ਼ ਨਾ ਕਰ, ਕਿਸੇ ਦੇ ਰਸਤੇ 'ਚ ਰੁਕਾਵਟ ਖੜੀ ਕਰਨ ਦੀ ਕੋਸ਼ਿਸ਼ ਨਾ ਕਰ। ਜੇ ਤੈਨੂੰ ਲੱਗਦਾ ਹੈ ਕਿ ਉਹਦੇ ਰਸਤੇ 'ਚ ਪਰੇਸ਼ਾਨੀ ਹੈ ਔਰ ਮੇਰੀ ਕੋਸ਼ਿਸ਼ ਕਰਨ ਨਾਲ ਉਹ ਠੀਕ ਹੋ ਸਕਦੀ ਤਾਂ ਕੋਸ਼ਿਸ਼ ਜ਼ਰੂਰ ਕਰ। ਕਿਉਂਕਿ ਕਈ ਵਾਰ ਅਸੀਂ ਦੱਸਿਆ ਹੈ ਕਿ ਕਈ ਵਾਰ ਇਨਸਾਨ ਨੂੰ ਲੱਗਦਾ ਹੈ ਕਿ ਕਿਸੇ ਦੇ ਘਰ 'ਚ ਝਗੜਾ ਹੋ ਰਿਹਾ, ਪਰ ਮੇਰੇ ਸਮਝਾਉਣ ਨਾਲ ਇਹ ਝਗੜਾ ਦੂਰ ਹੋ ਸਕਦਾ ਤਾਂ ਸਮਝਾਓ। ਪਰ ਜੇ ਲੱਗਦਾ ਕਿਸੇ ਦੇ ਘਰ 'ਚ ਬੜਾ ਪਿਆਰ ਹੈ ਤਾਂ ਮੈਂ ਉੱਥੇ ਨਿੰਦਿਆ ਕਰਕੇ, ਚੁਗਲੀ ਕਰਕੇ ਉਹਨਾਂ ਦੇ ਪਿਆਰ ਨੂੰ ਖਤਮ ਕਰਾਂ, ਉਹ ਗੁਨਾਹ ਹੈ। ਫਿਰ ਐਸੇ ਇਨਸਾਨ ਨੂੰ ਪ੍ਰਭੂ ਦੀ ਕਿਰਪਾ ਕਦੀ ਮਿਲ ਨਹੀਂ ਸਕਦੀ। ਯਾਨੀ ਉਹ ਕਰਨ ਦੀ ਕੋਸ਼ਿਸ਼ ਕਰੀਏ ਜਿਹਦੇ ਨਾਲ ਦੂਜਿਆਂ ਦਾ ਭਲਾ ਹੋਵੇ, ਫੇਰ ਹੀ ਸਾਨੂੰ ਪ੍ਰਮਾਤਮਾ ਦੀਆਂ ਰਹਿਮਤਾਂ, ਬਖਸ਼ਿਸ਼ਾਂ ਪ੍ਰਾਪਤ ਹੋ ਸਕਦੀਆਂ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ।